ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਬਾਣੀ ਵਿੱਚ ਇਹ ਗੱਲ ਦਰਜ ਕਰਦੇ ਨੇ, ਟੂਟੀ ਗੰਢਨਹਾਰ ਗੋਪਾਲ, ਕਿ ਇਸ ਪੂਰੀ ਕਾਇਨਾਤ ਦੇ ਵਿੱਚ ਜਦੋਂ ਮਨੁੱਖ ਦੀ ਸਾਹਾਂ ਦੀ ਘੜੀ ਜਦੋਂ ਲਗਭਗ ਟੁੱਟਣ ਦੇ ਬਰਾਬਰ ਹੁੰਦੀ, ਤੇ ਜੇ ਕੋਈ ਉਹਨਾਂ ਨੂੰ ਟੁੱਟੀ ਨੂੰ ਗੰਢ ਸਕਦਾ ਹੈ ਤਾਂ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਹੈ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਹੁਣ ਤੱਕ ਬਹੁਤ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਕਿ ਜ਼ਿੰਦਗੀ ਦੀਆਂ ਡੋਰਾਂ ਟੁੱਟੀਆਂ ਹੋਈਆਂ ਸਨ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨੂੰ ਗੰਢਿਆ ਗਿਆ ਹੈ। ਅਤੇ ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਪਿੰਡ ਝਬਾਲ ਕਲਾਂ ਵਿਖੇ ਪਹੁੰਚੇ ਹਾਂ। ਸੰਗਤ ਜੀ, ਇੱਥੇ ਸਾਨੂੰ ਪਤਾ ਲੱਗਾ ਸੀ ਕਿ ਇੱਕ ਪਰਿਵਾਰਕ ਮੈਂਬਰ ਭੈਣ ਜੀ ਗੁਰਜੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਕਾਫੀ ਦਿੱਕਤ ਦੇ ਵਿੱਚ ਜਿਹੜੀ ਹੈ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਅਤੇ ਜਿਵੇਂ ਸੰਗਤ ਜੀ ਆਪ ਜੀ ਨੇ ਸੰਗਤ ਏਡ ਦੀ ਪੂਰੀ ਟੀਮ ਦੀ ਇਹ ਸੇਵਾ ਲਈ ਹੈ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਸ ਪਰਿਵਾਰ ਤੱਕ ਪਹੁੰਚ ਕਰਕੇ ਤੇ ਉਸ ਪਰਿਵਾਰ ਦੇ ਜਿਹੜੇ ਹਾਲਾਤ ਹੈ ਉਹ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ। ਅਤੇ ਸੰਗਤ ਜੀ ਆਓ ਆਪ ਸਭ ਸੰਗਤਾਂ ਦੀ ਸਾਂਝ ਮੈਂ ਭੈਣ ਜੀ ਗੁਰਜੀਤ ਕੌਰ ਉਹਨਾਂ ਦੇ ਨਾਲ ਪਾਉਣਾ, ਕਿਉਂਕਿ ਅਸਲ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਤੇ ਉਹੀ ਦੱਸ ਸਕਦੇ ਨੇ ਕਿ ਇਹ ਜਿਹੜੀ ਮੰਦਭਾਗੀ ਘਟਨਾ ਕਿਵੇਂ ਵਾਪਰੀ। ਭੈਣ ਜੀ, ਅੱਜ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਿੰਡ ਝਬਾਲ ਪਹੁੰਚੀ, ਤੇ ਮੈਂ ਚਾਹੁੰਦਾ ਜ਼ਰੂਰ ਆਪ ਥੋੜ੍ਹੀ ਜਿਹੀ ਸੰਗਤ ਨਾਲ ਸਾਂਝ ਪਾਓ। ਇਹ ਲੱਤ ਸਿੱਧੀ ਕਰਕੇ ਕਿਉਂ ਬੈਠੇ, ਕੋਈ ਪ੍ਰੋਬਲਮ ਹੈ ਆਪ ਜੀ ਨੂੰ? ਵੀਰ ਜੀ, ਇਹਨੂੰ 10 ਮਹੀਨੇ ਹੋ ਗਏ ਲੱਤ ਟੁੱਟੀ ਨੂੰ। ਹਾਂਜੀ, ਅਤੇ ਆਪਾਂ ਮੈਡੀਕਲ ਵੀ ਕਰਾਇਆ, ਐਕਸਰੇ ਵੀ ਕਰਾਏ, ਅਤੇ ਪਰ ਉਹਨਾਂ ਨੇ 2-2.5 ਲੱਖ ਰੁਪਏ ਮੰਗਿਆ, ਅਤੇ ਸਾਡੇ ਕੋਈ ਇੰਨੀ ਪਹੁੰਚ ਨਹੀਂ ਹੈਗੀ। 350 ਰੁਪਇਆ ਦਿਹਾੜੀ ਇਹਦੇ ਪਾਪਾ ਦੀ, ਨੂਰ ਦੇ ਪਾਪਾ ਦੀ, ਅਤੇ ਆਪਾਂ ਨਹੀਂ ਇਲਾਜ ਕਰਵਾ ਸਕੇ। ਹਾਂਜੀ, ਤੁਸੀਂ ਕਹਿ ਰਹੇ ਜੇ ਭੈਣ ਜੀ ਕਿ 10 ਮਹੀਨੇ ਹੋ ਗਏ ਨੇ ਇਹ ਤੁਹਾਨੂੰ ਲੱਤ ਟੁੱਟੀ ਨੂੰ, ਅਤੇ 10 ਮਹੀਨਿਆਂ ਦੇ ਵਿੱਚ ਬੰਦਿਆਂ ਨੂੰ ਇੱਦਾਂ ਹੁੰਦਾ ਹੈ ਕਿ ਜਦੋਂ ਦੁੱਖ ਦੀ ਘੜੀ ਹੁੰਦੀ ਬੰਦਾ ਭੈਣ ਭਰਾ ਜਾਂ ਹੋਰ ਕਿਸੇ ਤੋਂ ਮਦਦ ਮੰਗਦਾ ਹੈ, ਮਤਲਬ ਤੁਸੀਂ ਕਿਸੇ ਤੋਂ ਬੇਨਤੀ ਨਹੀਂ ਕੀਤੀ, ਕਿਉਂਕਿ ਇਹ ਦੁੱਖ ਦੀ ਘੜੀ ਹੁੰਦੀ ਹੈ। ਅਤੇ ਇੱਥੇ ਹੀ ਹੁੰਦਾ ਹੈ ਕਿ ਭੈਣ ਭਰਾ ਜਿਹੜੇ ਹੁੰਦੇ ਆ ਇਸੇ ਕੰਮ ਲਈ ਜਿਹੜੇ ਆ ਸ਼ਾਇਦ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਨੇ। ਵੀਰ ਜੀ, ਭੈਣ ਭਰਾਵਾਂ ਤੋਂ ਵੀ ਕੀਮਤ ਮੰਗੀ, ਭੈਣ ਭਰਾਵਾਂ ਦਾ ਆਪੋ ਆਪਣੇ ਘਰਾਂ ਦਾ ਸਰਦਾ ਹੈ। 300 ਰੁਪਇਆ ਤੇ ਵੀਰ ਮੇਰਾ ਦਿਹਾੜੀ ਲੈਂਦਾ, ਉਹ ਵੀ ਉਹਦੇ ਵੀ ਬੱਚੇ ਆ, ਆਪਣਾ ਘਰ ਦਾ ਹੀ ਮਹਾਂ ਸਰਕਲ ਚੱਲਦਾ ਉਹਨਾਂ ਦਾ। ਅਤੇ ਮੰਮੀ ਡੈਡੀ ਤੇ ਆਸ ਹੁੰਦੀ, ਮੰਮੀ ਡੈਡੀ ਉਂਝ ਨਹੀਂ ਹੈਗਾ ਮੇਰਾ। ਹਾਂਜੀ, ਅਤੇ ਇਹ ਕਰਕੇ ਆਪਾਂ ਮੈਂ ਕਿਸੇ ਗਾੜੀ ਨਹੀਂ ਵੀਰ ਜੀ ਹੱਥ ਡਾਉਂਦੀ ਵੀ ਮੈਨੂੰ ਜਾਂ ਦੋ ਜਾਂ ਕੁਛ, ਮੈਂ ਇਸ ਤਰ੍ਹਾਂ ਵੀ ਆਪਣਾ ਰੱਬ ਦਾ ਨਾਂ ਲੈਂਦੀ ਰਹਿੰਦੀ, ਰੱਬਾ ਤੂੰ ਹੀ ਆ ਕਿਸੇ ਨੂੰ ਘੱਲੇਗਾ ਮੇਰੇ ਵਾਸਤੇ ਨਹੀਂ ਤੇ ਕੋਈ ਨਹੀਂ ਹੈਗਾ ਇਸ ਦੁਨੀਆ 'ਤੇ। ਬਿਲਕੁਲ। ਸੋ ਭੈਣ ਜੀ, ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ। ਜਦੋਂ ਸਾਰੇ ਦਰਵਾਜ਼ੇ ਕਹਿੰਦੇ ਬੰਦ ਹੋ ਜਾਣ ਤਾਂ ਫਿਰ ਇੱਕੋ ਹੀ ਦਰਵਾਜ਼ਾ ਰਹਿ ਜਾਂਦਾ ਹੈ, ਉਹ ਹੈ ਰੱਬ ਦਾ। ਸੋ ਰੱਬ ਅੱਗੇ ਜਿਹੜਾ ਵਾ ਬੰਦਾ ਫਿਰ ਵੇਦਨਾ ਕਰਦਾ ਹੈ। ਸੰਗਤ ਜੀ, ਅਸੀਂ ਅੰਮ੍ਰਿਤ ਬਾਣੀ ਦਾ ਵੀ ਇਹ ਬਚਨ ਪੜ੍ਹਦੇ ਹਾਂ, ਮੈਂ ਤਾਣ ਦੀ ਬਾਣ ਤੂੰ ਹੈ ਮੇਰਾ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿ ਜਦੋਂ ਕੋਈ ਵੀ ਧਿਰ ਨਹੀਂ ਰਹਿ ਜਾਂਦੀ ਤੇ ਫਿਰ ਇੱਕੋ ਹੀ ਧਿਰ ਰਹਿ ਜਾਂਦੀ ਹੈ, ਉਹ ਰੱਬ ਅਕਾਲ ਪੁਰਖ ਦੀ। ਸੋ ਭੈਣ ਜੀ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਕਿ ਮੈਂ ਤਾਂ ਸਿਰਫ ਰੱਬ ਅੱਗੇ ਇਹ ਅਰਦਾਸ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਤੇ ਨਾ ਕਿਤੇ ਵੜੋਗੇ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਰੂਪ ਵਿੱਚ ਅੱਜ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਅਤੇ ਆਪ ਸਭ ਸੰਗਤਾਂ ਦੇ ਨਾਲ ਭੈਣ ਜੀ ਉਹਨਾਂ ਨੇ ਸਾਂਝ ਪਾਈ ਕਿ 10 ਮਹੀਨੇ ਹੋ ਗਏ ਨੇ ਭੈਣ ਜੀ ਉਹਨਾਂ ਨੂੰ ਇਹ ਇਵੇਂ ਹੀ ਮੰਜੇ ਦੇ ਉੱਪਰ ਬੈਠੇ ਹੋਇਆ। ਭੈਣ ਜੀ, ਫਿਰ ਕੰਮ ਕਾਰ ਕਿਵੇਂ ਕਰਦੇ, ਫਿਰ ਇਸੇ ਤਰ੍ਹਾਂ ਹੀ ਕਰਦੇ ਨੇ? ਹਾਂਜੀ ਵੀਰ ਜੀ, ਕੰਮ ਵੀ ਇੱਦਾਂ ਹੀ ਕਰਦੀ ਹਾਂ। ਮੇਰਾ ਬੱਚਾ ਵਾ ਛੋਟਾ ਜਿਹਾ 3.5 ਸਾਲ ਦਾ, ਇਹ ਮੇਰੀ ਹੈਲਪ ਨਾਲ ਕਰਾਉਂਦਾ ਹੈ। ਹਾਂਜੀ, ਅਤੇ ਜੇ ਆਪਾਂ ਰੋਟੀ ਬਣਾਉਣੀ ਤਾਂ ਵੀ ਇਸ ਤਰ੍ਹਾਂ ਲੱਤ ਗਾੜੀ ਕਰਕੇ ਫਿਰ ਬਣਾਉਣੀ ਆ। ਜੇ ਕੁਛ ਵੀ ਕਰਨਾ ਕੰਮ ਇਸ ਤਰ੍ਹਾਂ ਹੀ ਵਾਕਰਦਾ, ਮਾੜਾ ਜਿਹਾ ਸਹਾਰਾ ਲੈ ਕੇ ਅਤੇ ਲੱਤ ਤਾਂ ਚੁੱਕ ਕੇ ਅਤੇ ਇਸ ਲੱਤ ਨਾਲ ਦੂਜੀ ਲੱਤ ਨਾਲ ਤੁਰ ਕੇ ਅਤੇ ਆਪਣਾ ਲੀੜਾ ਕੱਪੜਾ ਵੀ ਆਪਣੇ ਬੱਚੇ ਦਾ, ਆਪਣੇ ਪਤੀ ਦਾ ਆਪਣਾ ਧੋਣਾ। ਹਾਂਜੀ, ਹੁਣ ਜਿਵੇਂ 10 ਮਹੀਨੇ ਭੈਣ ਜੀ ਹੋ ਗਏ ਨੇ, 10 ਮਹੀਨਿਆਂ ਦੇ ਵਿੱਚ ਜਿਵੇਂ ਹੁਣ ਜਦੋਂ ਉਹਦੀ ਸੱਟ ਲੱਗੀ, ਤੁਹਾਨੂੰ ਦਰਦ ਘਟਦੀ ਹੈ ਜਾਂ ਦਿੱਕਤ ਅੱਗੇ ਨਾਲੋਂ ਵੱਧ ਗਈ? ਵੀਰ ਜੀ, ਦਰਦ ਤਾਂ ਬਹੁਤ ਜ਼ਿਆਦਾ ਹੁੰਦੀ, ਪਰ ਫਿਰ ਵੀ ਮੈਡੀਸਨ ਲੈ ਕੇ ਅਤੇ ਆਪਣਾ ਫਿਰ ਵੀ ਰੱਬ ਦਾ ਸ਼ੁਕਰ ਕਰਕੇ ਖਾ ਕੇ ਅਤੇ ਉਸ ਤਰ੍ਹਾਂ ਹੀ ਫਿਰ ਟੱਕਰ ਜਾਈਦਾ ਕੰਮ ਕਰਨ। ਜਦੋਂ ਜ਼ਿਆਦਾ ਬੱਸ ਹੋ ਜਾਂਦੀ ਉਦੋਂ ਫਿਰ ਬਹਿ ਜਾਈਦਾ ਵੀ ਆਪੇ ਥੋੜ੍ਹੀ ਦਰਦ ਘਟੂਗੀ ਅਤੇ ਫਿਰ ਕਰ ਲਾਂਗੇ ਕੰਮ। ਇੱਦਾਂ ਸਾਹ ਲੈ ਲੈ ਕੇ ਥੋੜ੍ਹਾ ਨਾਲ ਆਪਣੇ ਬੱਚੇ ਦੀ ਹੈਲਪ ਲੈ ਕੇ ਅਤੇ ਕਰੀਦਾ ਵਾ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਭੈਣ ਜੀ ਉਹਨਾਂ ਨੇ
ਬੜੇ ਹੀ ਚੰਗੇ ਤਰੀਕੇ ਦੇ ਨਾਲ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝ ਪਾਈ ਕਿ ਕਿਵੇਂ ਹੁਣ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਪਤੀ ਨੇ, ਉਹਨਾਂ ਨੇ ਵੀ ਕੰਮ 'ਤੇ ਜਾਣਾ ਹੁੰਦਾ, ਬੱਚੇ ਨੂੰ ਵੀ ਸਕੂਲ ਕਈ ਵਾਰੀ ਭੇਜਣਾ ਹੁੰਦਾ ਹੈ। ਸੋ ਸੰਗਤ ਜੀ ਸਮਝ ਸਕਦੇ ਕਿ ਘਰ ਦਾ ਕੰਮ ਕਾਰ ਤੇ ਬੰਦੇ ਨੂੰ ਕਰਨਾ ਹੀ ਪੈਂਦਾ। ਸੋ ਉਸੇ ਤਹਿਤ ਭੈਣ ਜੀ ਹੁਣੀ ਇੱਕ ਪੈਰ ਦੇ ਉੱਪਰ ਹੀ ਜਿਹੜਾ ਵੋਕਰ ਦੇ ਸਹਾਰੇ ਦੇ ਨਾਲ ਤੁਰਦੇ ਨੇ, ਅਤੇ ਜੇ ਵੋਕਰ ਛੱਡ ਕੇ ਜੇ ਤੁਰਦੇ ਨੇ ਤਾਂ ਜਿਵੇਂ ਖੜੱਪਾ ਜਿਹਾ ਵੱਜਦਾ ਹੁੰਦਾ ਉਵੇਂ ਭੈਣ ਜੀ ਹੁਣਾਂ ਨੂੰ ਤੁਰਨਾ ਪੈਂਦਾ ਏ। ਸੋ ਕਾਫੀ ਦਿੱਕਤ ਦੇ ਵਿੱਚ ਸੰਗਤ ਜੀ ਇਸ ਵਕਤ ਭੈਣ ਜੀ ਹੁਣੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਅਤੇ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਜ਼ਰੂਰ ਭੈਣ ਗੁਰਜੀਤ ਕੌਰ ਹੁਣਾਂ ਦਾ ਵੀ ਇਵੇਂ ਹੀ ਵੱਧ ਤੋਂ ਵੱਧ ਸੰਗਤ ਜੀ ਸਾਥ ਦਿਓਗੇ, ਤਾਂ ਜੋ ਅਸੀਂ ਜਲਦੀ ਤੋਂ ਜਲਦੀ ਭੈਣ ਜੀ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਜਾ ਕੇ ਅਤੇ ਜੋ ਵੀ ਇਹਨਾਂ ਦਾ ਟਰੀਟਮੈਂਟ ਰਹਿੰਦਾ ਏ, ਕਿਉਂਕਿ ਜਿਵੇਂ ਭੈਣ ਜੀ ਉਹਨਾਂ ਨੇ ਕਿਹਾ ਕਿ ਲੱਖ ਤੋਂ 2.5 ਲੱਖ ਰੁਪਏ ਦਾ ਜਿਹੜਾ ਵਾ ਖਰਚਾ ਦੱਸਿਆ ਗਿਆ ਇਹ ਛੋਲੇ ਦਾ। ਸੋ ਡਾਕਟਰ ਅਨੂਪ ਕਾਲੀਆ ਜੋ ਕਿ ਔਰਥੋ ਦੇ ਸਪੈਸ਼ਲਿਸਟ ਨੇ, ਉਹਨਾਂ ਨੂੰ ਦਿਖਾਇਆ ਜਾਵੇਗਾ ਕਿ ਅਸਲ ਦੇ ਵਿੱਚ ਭੈਣ ਜੀ ਉਹਨਾਂ ਨੂੰ ਕਿੰਨੀ ਕੁ ਪ੍ਰੋਬਲਮ ਹੈ ਜਾਂ ਹੁਣ ਅੱਗੇ ਕੀ ਇਹਨਾਂ ਦਾ ਇਲਾਜ ਕਰਨਾ ਹੈ। ਉਹ ਸਾਰੀ ਗੱਲਬਾਤ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਤਾਂ ਹੀ ਭੈਣ ਜੀ ਉਹਨਾਂ ਦੀ ਪਹੁੰਚ ਹਸਪੀਟਲ ਪਵਾ ਸਕਦੇ ਜੇ ਆਪ ਸਭ ਸੰਗਤਾਂ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢੋਗੇ। ਸੋ ਸੰਗਤ ਜੀ ਹੁਣ ਮੈਂ ਆਪ ਸਭ ਸੰਗਤਾਂ ਦੀ ਸਾਂਝ ਭੈਣ ਜੀ ਹੁਣਾਂ ਦੇ ਪਤੀ ਵੀਰ ਜੀ ਉਹਨਾਂ ਦੇ ਨਾਲ ਪਾਉਣਾ, ਕਿਉਂਕਿ ਅਸਲ ਦੇ ਵਿੱਚ ਉਹ ਵੀ ਇਸ ਗੱਲ ਉੱਪਰ ਖੁੱਲ੍ਹ ਕੇ ਚਰਚਾ ਕਰ ਸਕਦੇ ਨੇ ਕਿ ਇਹ ਮੰਦਭਾਗੀ ਘਟਨਾ ਕਿਵੇਂ ਵਾਪਰੀ ਅਤੇ ਕਿਵੇਂ ਉਹ ਆਪਣੀ ਜ਼ਿੰਦਗੀ ਦਾ ਟਾਈਮ ਪਾਸ ਕਰ ਰਹੇ ਨੇ। ਬਈ ਇਹ ਕਮਰੇ ਉੱਚੇ ਹੈਗੇ ਆ ਅਤੇ ਕਮਰਿਆਂ ਦੇ ਥੱਲੇ ਉਤਰਨ ਲੱਗੇ, ਪੈਰ ਫਿਸਲ ਗਿਆ ਅਤੇ ਡਿੱਗ ਪਏ, ਆਪਣਾ ਭਾਰ ਪੈ ਕੇ ਲੱਤ ਟੁੱਟ ਗਈ। ਹਾਂਜੀ। ਤੁਸੀਂ ਵੈਸੇ ਕੀ ਕੰਮ ਕਰਦੇ ਵੀਰ ਜੀ? ਮੈਂ ਵੈਸੇ ਤਾਂ ਬਾਬਾ ਜੀ ਮਿਸਤਰੀਆਂ ਮਗਰ ਦਿਹਾੜੀ ਜਾਂਦਾ ਜੀ, ਅਤੇ ਹੁਣ ਮੈਂ ਪੈਸੇ ਲੈ ਹੀ ਗਏ ਤੋਂ ਅਤੇ ਉਹਨਾਂ ਦੇ ਹੋਟਲ 'ਚ ਲੱਗਾ ਆ। ਹਾਂਜੀ। ਹੋਟਲ ਦੇ ਵਿੱਚ ਕੀ ਮਤਲਬ ਕਿਰਤ ਕਰਦੇ ਹੁਣ ਤੁਸੀਂ? ਸਫਾਈ ਸਫੂਈ ਦਾ ਕੰਮ ਆ ਬੰਦੇ ਉੱਥੇ। ਅੱਛਾ ਜੀ। ਹਾਂਜੀ। ਕਿੰਨੀ ਕੁ ਪੇਮੈਂਟ ਮਤਲਬ ਦੇ ਦਿੰਦੇ ਨੇ, ਮਹੀਨੇ ਦੀ ਦਿਹਾੜੀ ਜਾਂ ਮਤਲਬ ਮਹੀਨਾ ਬੰਨਿਆ? ਤਨਖਾਹ ਦੇ ਦਿਹਾੜੀ ਨਹੀਂ, ਤਨਖਾਹ 'ਤੇ ਕੰਮ ਹੈਗਾ। ਕਿੰਨੀ ਤਨਖਾਹ ਦੇ? ਉਹੀ ਕੋਈ 8-9 ਹਜ਼ਾਰ ਰੁਪਇਆ। ਸੋ ਸੰਗਤ ਜੀ ਤੁਸੀਂ ਸਮਝ ਸਕਦੇ ਕਿ ਹੁਣ ਥੋੜ੍ਹਾ ਬਹੁਤੇ ਉਹਨਾਂ ਤੋਂ ਪੈਸੇ ਐਡਵਾਂਸ ਲਏ ਹੋਣੇ ਨੇ। ਸੋ ਜਿਸ ਕਰਕੇ ਜਿਹੜਾ ਸੀ ਸੰਗਤ ਜੀ ਵੀਰ ਜੀ ਹੁਣੀ ਹੋਟਲ ਦੇ ਵਿੱਚ ਜਿਹੜੀ ਇਹ ਉਹ ਕਿਰਤ ਕਰ ਰਹੇ ਨੇ। 8 ਤੋਂ 9 ਹਜ਼ਾਰ ਰੁਪਇਆ ਜੇ ਗੱਲ ਕਰੀਏ ਤਾਂ ਸੰਗਤ ਜੀ ਮਹੀਨੇ ਦਾ ਜਿਹੜਾ ਬਣਦਾ ਵਾ 8-9 ਹਜ਼ਾਰ, ਇੱਕ ਦਿਨ ਦੀ ਦਿਹਾੜੀ 300 ਰੁਪਇਆ ਜਿਹੜੀ ਹੈ ਉਹ ਬਣਦੀ ਹੈ। ਸੋ ਸੰਗਤ ਜੀ ਉਸ ਸੰਗਤ ਦੇ ਵਿੱਚ ਤੁਸੀਂ ਮਲਟੀਪਲਾਈ ਕਰ ਸਕਦੇ ਜੇ ਕਿ ਪਰਿਵਾਰ ਦਾ ਜਿਹੜਾ ਵਾ ਉਹ ਰੋਟੀ ਪਾਣੀ ਵੀ ਚਲਾਉਣਾ ਵਾ। ਸੋ ਕਈ ਵਾਰੀ ਇੱਦਾਂ ਹੁੰਦਾ ਵਾ ਕਿ ਬੱਚੇ ਬਿਮਾਰ ਵੀ ਹੋ ਜਾਂਦੇ ਨੇ, ਸੋ ਓਨੇ ਖਰਚਿਆਂ ਦੇ ਵਿੱਚੋਂ ਮੈਨੇਜ ਕਰਕੇ ਅਤੇ ਭੈਣ ਜੀ ਹੁਣਾਂ ਦਾ ਜਿਹੜਾ ਵਾ ਉਹ ਇਲਾਜ ਕਰਵਾਉਣਾ ਕਿੰਨਾ ਕੁ ਔਖਾ ਹੈ ਤੁਸੀਂ ਸਮਝ ਸਕਦੇ ਜੀ। 2 ਤੋਂ 2.5 ਲੱਖ ਰੁਪਈਆ ਜਿਹੜਾ ਵਾ ਸੰਗਤ ਜੀ ਇਹ ਭੈਣ ਜੀ ਹੁਣਾਂ ਦੇ ਕਹਿਣ ਦੇ ਮੁਤਾਬਕ ਡਾਕਟਰ ਸਾਹਿਬ ਹੁਣਾਂ ਨੇ ਜਿਹੜਾ ਵਾ ਇਹਨਾਂ ਤੋਂ ਓਪਰੇਟ ਦਾ ਜਿਹੜਾ ਉਹ ਮੰਗਿਆ। ਸੋ ਵੀਰ ਜੀ ਜਿਵੇਂ ਇੰਨੀ ਦੀਦੀ ਹੁਣੀ ਕਹਿ ਰਹੇ ਸੀ ਕਿ ਪੇਨ ਹੁੰਦੀ, ਦਰਦ ਬਹੁਤ ਜ਼ਿਆਦਾ ਹੁੰਦੀ, ਕਈ ਵਾਰੀ ਤਾਂ ਫਿਰ ਤੁਹਾਨੂੰ ਵੀ ਜਿਵੇਂ ਤੁਸੀਂ ਕੰਮ ਤੋਂ ਥੱਕੇ ਆਉਂਦੇ, ਕਈ ਵਾਰੀ ਤਾਂ ਫਿਰ ਜ਼ਿਆਦਾ ਦਿੱਕਤ 'ਚ ਕਈ ਵਾਰੀ ਜਾ ਕੇ ਵੀ ਕੱਢਣੀ ਪੈਂਦੀ ਹੈ ਰਾਤ? ਹਾਂਜੀ, ਕਿਸੇ ਵੇਲੇ ਕਰਨੀ ਪੈਂਦੀ ਹੈ। ਕਿਸੇ ਵੇਲੇ ਹੁੰਦਾ ਦਵਾਈ ਲੈਣ ਵੀ ਜਾਣਾ ਪੈਂਦਾ ਰਾਤ। ਹਾਂਜੀ। ਸੋ ਵੀਰ ਜੀ ਤੁਸੀਂ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ, ਕਿਉਂਕਿ ਅੱਜ ਸੰਗਤਾਂ ਵੱਲੋਂ ਅਜੇ ਅਸੀਂ ਇੱਥੇ ਪਹੁੰਚੇ ਹਾਂ, ਪੂਰੇ ਯੂਕੇ ਅਤੇ ਯੂਰਪ ਦੀਆਂ ਤੁਸੀਂ ਤੁਹਾਨੂੰ ਸੰਗਤਾਂ ਸੁਣ ਰਹੀਆਂ ਨੇ। ਬਾਬਾ ਜੀ ਆਪਣੀ ਤਾਂ ਬੇਨਤੀ ਇਹੋ ਆ ਵੀ ਜਿੰਨਾ ਵੀ ਹੋ ਸਕੇ ਹੈਲਪ ਕੀਤੀ ਜਾਵੇ, ਕਿਉਂਕਿ ਆਪਣੀ ਤਾਂ ਵੱਸ ਦੀ ਗੱਲ ਨਹੀਂ ਆ। ਜੇ ਮੇਰੇ ਵੱਸ ਦਾ ਹੁੰਦਾ ਤਾਂ ਫਿਰ ਤਾਂ ਚਲੋ ਕਰਵਾ ਹੀ ਲੈਂਦੇ, ਫਿਰ ਤਾਂ ਇੱਥੋਂ ਦਾ ਨੌਬਤ ਆਉਣੀ ਨਹੀਂ, ਵੀ ਇੰਨਾ ਟਾਈਮ ਲੰਘਣਾ ਨਹੀਂ। ਅਤੇ ਕਰਕੇ ਇਹੋ ਬੇਨਤੀ ਹੱਥ ਜੋੜ ਕੇ ਵੀ ਜਿੰਨੀ ਵੀ ਹੈਲਪ ਹੋ ਸਕੇ ਕਰ ਸਕਣ। ਭੈਣ ਗੁਰਜੀਤ ਕੌਰ ਅਤੇ ਜਿਵੇਂ ਤੁਸੀਂ ਬਾਕੀ ਮਰੀਜ਼ਾਂ ਦੀ ਇੰਨੀ ਹੈਲਪ ਕੀਤੀ, ਉਹਨਾਂ ਨੂੰ ਇਹਨਾਂ ਵਿਖੜੇ ਹਾਲਾਤਾਂ ਵਿੱਚੋਂ ਕੱਢ ਕੇ ਅਤੇ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਸੰਗਤ ਜੀ ਸਲੀਕਾ ਦਿੱਤਾ, ਆਪ ਜ਼ਰੂਰ ਇਸ ਵਾਰ ਭੈਣ ਗੁਰਜੀਤ ਕੌਰ ਹੁਣਾਂ ਦਾ ਵੀ ਇਵੇਂ ਹੀ ਵੱਧ ਤੋਂ ਵੱਧ ਸੰਗਤ ਜੀ ਜਿਹੜਾ ਉਹ ਸਹਿਯੋਗ ਕਰੋ, ਕਿਉਂਕਿ ਇਸ ਪੂਰੀ ਦੁਨੀਆ ਦੇ ਵਿੱਚ ਮਨੁੱਖ ਨੂੰ ਕੋਈ ਦੁੱਖਾਂ ਤੋਂ, ਦਰਦਾਂ ਤੋਂ ਕੋਈ ਨਿਜਾਤ ਦੇ ਸਕਦਾ ਹੈ ਅਤੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਵਾ ਉਹ ਨਾਮ ਹੀ ਦੇ ਸਕਦਾ ਹੈ। ਸੋ ਸੰਗਤ ਜੀ ਆਪ ਸਭ ਸੰਗਤਾਂ ਦੀ ਮੈਂ ਸਾਂਝ ਮਾਤਾ ਜੀ ਹੁਣਾਂ ਦੇ ਨਾਲ ਵੀ ਪਾਉਣਾ, ਜੋ ਕਿ ਭੈਣ ਗੁਰਜੀਤ ਕੌਰ ਹੁਣਾਂ ਦੀ ਜਿਹੜੇ ਨੇ ਸੱਸ ਨੇ। ਮਾਤਾ ਜੀ ਅੱਜ ਅਸੀਂ ਸੰਗਤਾਂ ਵੱਲੋਂ ਇੱਥੇ ਪਹੁੰਚੇ ਹਾਂ ਅਤੇ ਮਾਵਾਂ ਹਮੇਸ਼ਾ ਚਾਹੁੰਦੀਆਂ ਕਿ ਉਹਨਾਂ ਦੇ ਜਿਹੜੇ ਪੋਤੇ ਆ ਉਹ ਵੱਸਦੇ ਰਹਿਣ ਆਪਣੇ ਘਰੇ, ਪਰ ਅੱਜ ਅਸੀਂ ਪਤਾ ਲੈਣ ਆਏ ਸੀ ਤਾਂ ਪਤਾ ਲੱਗਾ ਕਿ ਭੈਣ ਜੀ ਹੁਣਾਂ ਦਾ ਜਿਹੜੇ 10 ਮਹੀਨਿਆਂ ਤੋਂ ਜਿਹੜੀ ਇਹ ਲੱਤ ਟੁੱਟੀ ਪਈ ਹੈ। ਪਰ ਤੁਸੀਂ ਇਹਨਾਂ ਦੇ ਨਾਲ ਰਹਿੰਦੇ, ਕਾਫੀ ਦਿੱਕਤ ਦੇ ਵਿੱਚ ਫਿਰ ਭੈਣ ਜੀ ਹੁਣੀ ਰਹਿੰਦੇ ਨੇ? ਹਾਂਜੀ, ਇਸ ਤਰ੍ਹਾਂ ਹੀ
ਆ ਹੁਣ ਹੀ ਲੱਗੇ ਥੋੜੇ ਚਿਰ ਤੇ, ਨਹੀਂ ਤੇ ਪਹਿਲਾਂ ਚੱਲ ਮੈਂ ਡਿੱਗਦੀ ਢਹਿੰਦੀ ਜਿਸ ਤਰ੍ਹਾਂ ਮੇਰੇ ਤੋਂ ਹੋਇਆ ਮੈਂ ਬਣਾ ਕੇ ਰੋਟੀ ਦਿੰਦੀ ਰਹੀ ਹਾਂ, ਚਾਹ ਪਾਣੀ ਬਣਾਉਂਦੀ ਰਹੀ, ਬੱਚਾ ਵੀ ਸਾਂਭਦੀ ਰਹੀ ਹਾਂ। ਫੇਰ ਹੀ ਜਿੱਦਣ ਦਾ ਵਾਕਰ ਦੇ ਗਿਆ ਤੇ ਉਦੋਂ ਦੀ ਮਾੜਾ ਮੋਟਾ ਆਪਣਾ ਤੁਰ ਫਿਰੀ ਆ, ਨਹੀਂ ਤੇ ਇਸ ਤਰ੍ਹਾਂ ਮੰਜੇ ਤੇ ਰਹਿੰਦੀ ਹੁੰਦੀ ਸੀ। ਤੇ ਚਲੋ ਜਿੰਨਾ ਕੁ ਮੇਰੇ ਤੋਂ ਹੁੰਦਾ ਸੀ, ਤੇ ਮੈਂ ਤਾਂ ਹੁਣ ਇਹ ਚਾਹੁੰਦੀ ਹਾਂ ਵੀ ਆਪਣੇ ਕਾਇਮ ਹੋ ਜੇ, ਪ੍ਰਸ਼ਨ ਹੋ ਜੇ ਇਹਦਾ, ਤੇ ਆਪਣੇ ਕਾਇਮ ਹੋ ਜੇ ਤੇ ਆਪਣੇ ਬੱਚੇ ਨੂੰ ਲੈ ਕੇ ਤੇ ਆਪ ਹੀ ਸਾਂਭੇ, ਉਹਨੂੰ ਵੀ ਸਾਂਭੇ। ਮੈਥੋਂ ਪਰਿਵਾਰ ਨਹੀਂ ਸਾਂਭਿਆ ਜਾਂਦਾ, ਕਿਉਂ ਮੈਂ ਵੀ ਬਜ਼ੁਰਗ ਹਾਂ। ਮੈਂ ਤੇ ਆਪ ਮੰਜੇ ਤੇ ਬਹਿ ਕੇ ਰੋਟੀ ਖਾਣ ਵਾਲੀ ਹਾਂ, ਤੇ ਜਿਹੜੀ ਮੈਂ ਇਹਨਾਂ ਦੇ ਨਾਲ ਸਾਥ ਦੇਣੀ ਆ ਜਿੰਨਾ ਕੁ ਮੈਥੋਂ ਹੁੰਦਾ ਹੈ। ਭਾਜੀ ਕਿੰਨੇ ਬੱਚੇ ਸੀ ਤੁਹਾਡੇ, ਮਤਲਬ ਭਾਜੀ ਉਹ ਇਕੱਲੇ ਇਕੱਲੇ ਨੇ ਕਿ ਜਾਂ ਹੋਰ? ਨਹੀਂ, ਸੁੱਖ ਨਾਲ 5-6 ਭਰਾ ਵਾ। ਅੱਡੋ ਅੱਡੀ ਕਦੋਂ ਆਪੋ ਆਪਣਾ ਨਹੀਂ ਸਰਦਾ, ਤੇ ਇੱਕ ਦੂਜੇ ਨੂੰ ਕੌਣ ਦਿੰਦਾ ਹੈ? ਸਰੀਕੇ ਦਾ ਸਾਥ ਆ। ਤੇ ਨਾਲੇ ਆ ਜਿਹੜੀ ਮਹਿੰਗਾਈ ਆ, ਇਹ ਮਹਿੰਗਾਈ ਨਹੀਂ ਕਿਸੇ ਬੰਨੇ ਲੱਗਦੀ, ਮਸਾ ਆਪੋ ਆਪਣੇ ਸਰਦਾ। ਤੁਸੀਂ ਸੰਗਤ ਨੂੰ ਕੁਝ ਬੇਨਤੀ ਕਰਨਾ ਚਾਹੁੰਦੇ ਹੋ? ਹਾਂ, ਇਲਾਜ ਮੈਂ ਸੰਗਤ ਨੂੰ ਇਹੋ ਬੇਨਤੀ ਚਾਹੁੰਦੀ ਹਾਂ ਵੀ ਇਹ ਪਰਿਵਾਰ ਆਪਣਾ ਵਸਦਾ ਰਹਿ ਜੇ, ਮੇਰਾ ਇਹ ਆਪਣੇ ਘਰ ਨਵੀਂ ਨਰੋਈ ਹੋ ਜੇ, ਤੇ ਇਹ ਪਰਿਵਾਰ ਵਸਦਾ ਰਹਿ ਜੇ। ਇਹੋ ਹੀ ਬੇਨਤੀ ਕਰਦੀ, ਹੱਥ ਜੋੜ ਕੇ ਮੇਰੀ ਇਹੋ ਬੇਨਤੀ ਆ ਸੰਗਤ ਨੂੰ। ਮੇਥੋਂ ਨਹੀਂ ਹੋ ਸਕਿਆ, ਕਿਉਂ 10 ਮਹੀਨੇ ਹੋ ਗਏ ਆ, ਤੇ ਤੁਹਾਨੂੰ ਪਤਾ 300 ਰੁਪਏ ਨਾਲ ਕੀ ਬਣਦਾ ਆ? ਕੁਛ ਨਹੀਂ ਬਣਦਾ, ਰੋਟੀ ਨਹੀਂ ਪੂਰੀ ਹੁੰਦੀ। ਤੇ ਫਿਰ ਵੀ ਚਲੋ ਅਕਸਰੇ ਵੀ ਕਰਾਏ ਆ, ਟੈਸਟ ਵੀ ਕਰਾਏ ਆ, ਜਿੰਨਾ ਕੁ ਹੋ ਸਕਿਆ ਆਪਣੀ ਕਮਾਈ 'ਚੋਂ ਕਰਦਾ ਰਿਹਾ ਖਿੱਚ ਧੂ ਕੇ। ਤੇ ਹੁਣ ਜਿਹੜਾ ਇਹ 2-2.5 ਲੱਖ ਰੁਪਈਆ ਲੱਗਣਾ, ਇਹ ਕਿੱਥੋਂ ਲਾਊਗਾ? ਭੈਣ ਭਰਾ ਵੀ ਕਿੰਨਾ ਕੁ ਸਾਥ ਦੇਣਗੇ? ਕੋਈ 2000 ਦੇ ਦੂ, ਕੋਈ 4000 ਦੇ ਦੂ, ਖੀਰੀ ਉਹਨਾਂ ਵੀ ਮੰਗਣਾ, ਸਰਕਾਰ ਉਹਨਾਂ ਵੀ ਮੰਗਣਾ ਹੈ। ਤੇ ਮੈਂ ਤਾਂ ਨਹੀਂ ਵੀ ਇਹੋ ਸੰਗਤੀ ਇਹਨਾਂ ਦੀ ਸਹਾਇਤਾ ਕਰੇ ਤੇ ਆਪਣਾ ਉੱਠ ਖਲੋਣੇ ਮੰਜੇ ਤੋਂ। ਸੋ ਆਪ ਸਭ ਸੰਗਤਾਂ ਦੇ ਨਾਲ ਮੈਂ ਪਿਛਲੀ ਬੈਕਗਰਾਉਂਡ, ਜਦੋਂ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਨਿੱਜੀ ਰਹਿਣ ਬਸੇਰੇ ਗਏ ਸੀ, ਸੋ ਭੈਣ ਜੀ ਉਹਨਾਂ ਨੇ ਮੂਵਮੈਂਟ ਕਰਕੇ ਦਿਖਾਈ ਸੀ ਕਿ ਕਿਵੇਂ ਉਹ ਛੜੱਪੇ ਮਾਰ ਕੇ, ਜੇ ਉਹ ਵਾਕਰ ਫੜਦੇ ਨੇ ਤੇ ਬਿਲਕੁਲ ਹੌਲੀ ਹੌਲੀ ਤੁਰ ਪੈਂਦੇ ਨੇ, ਪਰ ਜਿਵੇਂ ਵਾਕਰ ਛੱਡਦੇ ਨੇ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਛੜੱਪਾ ਮਾਰ ਕੇ ਜਿਹੜਾ ਸੀ ਉਹ ਤੁਰਦੇ ਸਨ। ਸੋ ਉਸੇ ਤਹਿਤ ਜਿਹੜਾ ਸੀ ਸੰਗਤ ਜੀ, ਘਰ ਦੇ ਵਿੱਚ ਕੰਮਕਾਰ ਕਰਨ ਵਾਲੇ ਇਕੱਲੇ ਹੀ ਸਨ। ਸੋ ਭਾਜੀ ਉਹਨਾਂ ਨੂੰ ਵੀ ਸੀ ਜਿਹੜਾ ਕੰਮਕਾਰ 'ਤੇ ਭੇਜਣਾ, ਤੇ ਇਸ ਕਰਕੇ ਉਹਨਾਂ ਨੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਜਿਹੜੀ ਸੀ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਭੈਣ ਗੁਰਜੀਤ ਕੌਰ ਉਹਨਾਂ ਨੂੰ ਪਿੰਡ ਝਬਾਲ ਤੋਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤੱਕ ਪਹੁੰਚ ਕਰਵਾ ਦਿੱਤੀ ਗਈ ਹੈ। ਤੇ ਇਸ ਵਕਤ ਅਸੀਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਫੀਮੇਲ ਵਾਰਡ ਦੇ ਵਿੱਚ ਮੌਜੂਦ ਹਾਂ, ਜਿੱਥੇ ਨਰਸਿੰਗ ਸਟਾਫ ਵੱਲੋਂ ਭੈਣ ਗੁਰਜੀਤ ਕੌਰ ਉਹਨਾਂ ਦੇ ਕੁਝ ਬਲੱਡ ਦੇ ਸੈਂਪਲ ਲਏ ਜਾ ਰਹੇ ਨੇ, ਕਿਉਂਕਿ ਡਾਕਟਰ ਅਨੂਪ ਕਾਲੀਆ ਉਹਨਾਂ ਵੱਲੋਂ ਜਿਹੜਾ ਸੀ ਐਮਰਜੈਂਸੀ ਜਿਹੜਾ ਸੀ ਉਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਐਡਮਿਟ ਕਰਵਾਉਣਾ ਪੈਣਾ। ਸੋ ਇੱਥੇ ਹੀ ਭਾਜੀ ਹੁਣੀ ਲੈ ਕੇ ਆਏ ਨੇ ਭੈਣ ਜੀ ਉਹਨਾਂ ਨੂੰ, ਉਹਨਾਂ ਦੇ ਹਸਬੈਂਡ ਮੇਰੇ ਕੋਲ ਨੇ। ਮੈਂ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਣਾ। ਭਾਜੀ ਅੱਜ ਸੰਗਤਾਂ ਵੱਲੋਂ ਭੈਣ ਜੀ ਉਹਨਾਂ ਨੂੰ ਜਿਹੜਾ ਵਾ ਉਹ ਦਾਖਲ ਕਰਵਾ ਦਿੱਤਾ ਗਿਆ ਹੈ, ਤੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਤੁਸੀਂ ਭੱਜ ਨੱਠ ਕੀਤੀ, ਪਰ ਤੁਸੀਂ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਭਾਜੀ ਜੋ ਵੀ ਹੈਲਪ ਹੋ ਸਕਦੀ ਉਹ ਕੀਤੀ ਜਾਵੇ, ਅਤੇ ਜਿੰਨਾ ਕਿ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ। ਕਾਫੀ ਦੇਰ ਹੋ ਚੁੱਕੀ, ਅੱਗੇ ਵੀ ਕਾਫੀ ਸਮਾਂ ਹੋ ਗਿਆ, ਅਤੇ ਡਾਕਟਰ ਸਾਹਿਬ ਦੱਸਣ ਦਾ ਹੈ ਕਿ ਕੁਛ ਨਾ ਕੁਛ ਨੁਕਸਾਨ ਵੀ ਹੋਇਆ ਵਾ, ਅਤੇ ਜਿਹਦਾ ਕਰਕੇ ਫਿਰ ਲੇਟ ਹੋ ਗਏ ਜ਼ਿਆਦਾ। ਇਸ ਕਰਕੇ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਿੰਨੀ ਵੀ ਹੈਲਪ ਕੀਤੀ ਜਾਵੇ ਉਨੀ ਜ਼ਰੂਰਤ। ਵੈਸੇ ਡਾਕਟਰ ਸਾਹਿਬ ਉਹਨਾਂ ਨਾਲ ਭਾਜੀ ਤੁਹਾਡੀ ਗੱਲਬਾਤ ਹੋਈ, ਉਹਨਾਂ ਨੇ ਕੀ ਐਕਸਰੇ ਵੇਖ ਕੇ, ਕਿਉਂਕਿ ਰੀਸੈਂਟਲੀ ਉਹਨਾਂ ਐਕਸਰੇ ਕਿਹਾ ਸੀ, ਐਕਸਰੇ ਵੇਖ ਕੇ ਕੀ ਉਹਨਾਂ ਨੇ ਤੁਹਾਨੂੰ ਮਤਲਬ ਕਿਹਾ ਹੈ?
ਉਹਨਾਂ ਨੇ ਕਿਹਾ ਵਾ ਕਿ ਲੱਤ ਛੋਟੀ ਹੋ ਸਕਦੀ ਆ, ਯਾਨੀ ਕਿ ਪੂਰੀ ਪ੍ਰੋਪਰ ਜਿਵੇਂ ਆਪਣੀ ਨੋਰਮਲ ਲੱਤ ਹੁੰਦੀ ਆ ਉਹ ਨਹੀਂ ਹੋ ਸਕਦੀ, ਵੀ ਕੱਟੀ ਜਾਏਗੀ, ਥੋੜ੍ਹੀ ਬਹੁਤੀ ਹੱਡੀ ਕੱਟਣੀ ਪਏਗੀ, ਯਾਨੀ ਹੱਡੀ ਜ਼ਿਆਦਾ ਉੱਪਰ ਚੁੱਕੀ ਗਈ ਹੈ। ਇਸ ਕਰਕੇ ਉਹਨਾਂ ਨੇ ਕਿਹਾ ਵੀ ਉਹ ਲੱਤ ਥੋੜ੍ਹੀ ਬਹੁਤੀ ਕੱਟਣੀ, ਯਾਨੀ ਕਿ ਲੱਤ ਗਿਆ ਤਾਂ ਹੱਡੀ ਥੋੜ੍ਹੀ ਬਹੁਤੀ ਕੱਟਣੀ ਪਏਗੀ, 3 ਸੈਂਟੀਮੀਟਰ ਕਹਿੰਦੇ ਕੱਟਣੀ ਪਏਗੀ, ਇਸ ਕਰਕੇ ਲੱਤ ਛੋਟੀ ਹੋ ਜਾਏਗੀ। ਉਹਨੇ ਇਹੀ ਕਿਹਾ ਹੈਗਾ। ਬਾਕੀ ਤੁਰਨ ਦਾ ਵੀ ਤੁਰ ਪੈਣਗੇ। ਹਾਂਜੀ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਭਾਜੀ ਉਹਨਾਂ ਨੇ ਬੜੀ ਡੀਪ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ। ਸਭ ਤੋਂ ਪਹਿਲਾਂ ਤੇ ਉਹਨਾਂ ਨੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕੀਤੀ ਹੈ ਕਿ ਸੰਗਤ ਜੀ, ਅਸੀਂ ਆਪ ਸਭ ਸੰਗਤਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਨੇ ਮੇਰੀ ਵਾਈਫ ਨੂੰ ਜਿਹੜਾ ਵਾ ਅੱਜ ਹਸਪੀਟਲ ਐਡਮਿਟ ਕਰਵਾ ਦਿੱਤਾ, ਪਰ ਅੱਗੇ ਜਿਹੜਾ ਵਾ ਸੰਗਤ ਜੀ ਉਹ ਫਿਰ ਆਪ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦੇ ਨੇ ਕਿ ਜੋ ਵੀ ਇਹਨਾਂ ਦਾ ਲੋੜੀਂਦਾ ਟ੍ਰੀਟਮੈਂਟ ਹੋਣ ਵਾਲਾ ਰਹਿੰਦਾ ਹੈ, ਉਹ ਆਪ ਸਭ ਸੰਗਤਾਂ ਜ਼ਰੂਰ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਤੇ ਭੈਣ ਜੀ ਉਹਨਾਂ ਦਾ ਟ੍ਰੀਟਮੈਂਟ ਕਰਵਾਓ। ਕਿਉਂਕਿ ਡਾਕਟਰ ਸਾਹਿਬ ਉਹਨਾਂ ਨੇ ਜਿਵੇਂ ਭਾਜੀ ਉਹਨਾਂ ਨੇ ਆਪ ਜੀ ਦੇ ਨਾਲ ਸਾਂਝ ਪਾਈ ਕਿ ਕਾਰਨ ਕੀ ਹੈ ਜਿਹਦੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਇਹ ਕਿਸੇ ਚੰਗੇ ਹਸਪੀਟਲ ਦਿਖਾ ਤਾਂ ਹੀ ਨਹੀਂ ਸਕੇ, ਕਿਉਂਕਿ ਕਮਾਉਣ ਵਾਲੇ ਇਕੱਲੇ ਸਨ ਅਤੇ ਇੰਨੀ ਪਹੁੰਚ ਨਹੀਂ ਸੀ ਕਿ ਇਹਨਾਂ ਦਾ ਟ੍ਰੀਟਮੈਂਟ ਕਰਵਾ ਸਕਦੇ। ਪਰ ਸਮਾਂ ਜਿਹੜਾ ਸੀ ਡਾਕਟਰ ਅਨੂਪ ਕਾਲੀਆ ਹੁਣਾਂ ਵੱਲੋਂ ਜਿਹੜੀ ਗਾਈਡਲਾਈਨ ਸੰਗਤ ਜੀ ਦਿੱਤੀ ਗਈ, ਉਹ ਇਹੀ ਕਿਹਾ ਗਿਆ ਹੈ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ, ਲਗਭਗ 10 ਮਹੀਨੇ ਹੋ ਗਏ ਨੇ ਅਤੇ ਜਿਹੜੀ ਹੱਡੀ ਹੈ ਉਹ ਤਾਂ ਚੜ੍ਹੇਗੀ ਹੈ। ਸੋ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਹੱਡੀ ਤਾਂ ਚੜ੍ਹੇਗੀ ਉਹਨੂੰ ਵੀ ਥੋੜ੍ਹਾ ਕੱਟਣਾ ਪਵੇਗਾ ਅਤੇ ਹੋ ਸਕਦਾ ਹੈ ਕਿ ਸੱਜੀ ਲੱਤ ਹੈ ਜਿਹੜੀ ਖੱਬੀ ਲੱਤ ਨਾਲੋਂ 3 ਤੋਂ 4 ਸੈਂਟੀਮੀਟਰ ਜਿਹੜੀ ਹੈ ਉਹ ਛੋਟੀ ਹੋ ਜਾਵੇਗੀ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਅੱਜ ਐਮਰਜੈਂਸੀ ਹੀ ਭੈਣ ਗੁਰਜੀਤ ਕੌਰ ਉਹਨਾਂ ਨੂੰ ਦਾਖਲ ਤੇ ਕਰਵਾ ਦਿੱਤਾ ਗਿਆ ਹੈ। ਪਰ ਸੰਗਤ ਜੀ ਅੱਗੇ ਖਰਚਾ ਬੜਾ ਵੱਡਾ ਹੈ, ਜੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਜਿਹੜਾ ਵਾ ਉਹ ਨੇਪਰੇ ਚੜ੍ਹ ਸਕਦਾ ਹੈ। ਕਿਉਂਕਿ ਜੇ ਸੰਗਤ ਜੀ ਗੱਲ ਕਰੀਏ ਪਰਿਵਾਰ ਦੀ, ਤੇ ਪਰਿਵਾਰ ਪਿਛਲੇ 10 ਮਹੀਨਿਆਂ ਤੋਂ ਜਿਹੜਾ ਵਾ ਉਹ ਇਵੇਂ ਹੀ ਇਸੇ ਹੀ ਮੂਵਮੈਂਟ ਦੇ ਵਿੱਚ ਜਿਹੜਾ ਭੈਣ ਗੁਰਜੀਤ ਕੌਰ ਹੋਣੀ ਜਿਹੜਾ ਉਹ ਆਪਣਾ ਕੰਮ ਧੰਦਾ ਕਰ ਰਹੇ ਨੇ, ਪਰ ਜੋ ਟ੍ਰੀਟਮੈਂਟ ਹੋਣਾ ਚਾਹੀਦਾ ਸੀ ਉਹਦੇ ਤੋਂ ਅਸਮਰੱਥ ਸਨ। ਕਾਰਨ ਇੱਕੋ ਸੀ ਕਿਉਂਕਿ ਜਿਹੜਾ ਸੀ ਮਾਲੀ ਹਾਲਤ ਸੀ ਪਰਿਵਾਰ ਦੀ ਉਹ ਬਹੁਤ ਹੀ ਇੰਨੀ ਚੰਗੀ ਨਹੀਂ ਸੀ, ਜਿਹਦੇ ਕਰਕੇ ਉਹ ਟ੍ਰੀਟਮੈਂਟ ਭੈਣ ਜੀ ਉਹਨਾਂ ਦਾ ਰੈਗੂਲਰਲੀ ਕਰਵਾ ਸਕਦੇ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਭੈਣ ਜੀ ਉਹਨਾਂ ਨੂੰ ਅੱਜ ਦਾਖਲ ਕਰਵਾ ਦਿੱਤਾ ਗਿਆ ਹੈ। ਤੁਸੀਂ ਸੰਗਤ ਨੂੰ ਕੁਝ ਬੇਨਤੀ ਕਰਨਾ ਚਾਹੁੰਦੇ ਹੋ? ਮੇਰੀ ਬੇਨਤੀ ਇਹ ਹੈ ਕਿ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਮੇਰੇ ਵਾਸਤੇ ਇੰਨੀ ਹੈਲਪ ਕਰਨ ਦੇ ਆ, ਤੇ ਮਹਾਰਾਜ ਤੁਹਾਨੂੰ ਇੰਨੀਆਂ ਕੁ ਤਰੱਕੀਆਂ ਬਖਸ਼ੇ, ਇੰਨਾ ਕੁ ਤੁਹਾਨੂੰ ਮਾਣ ਤੁਹਾਨੂੰ ਦੇਵੇ ਕੋਈ, ਕਿ ਮਹਾਰਾਜ ਤੁਹਾਨੂੰ ਬਹੁਤ ਹੀ ਜ਼ਿਆਦਾ ਕੁਛ ਦੇਵੇ ਕਿ ਤੁਸੀਂ ਗਰੀਬ ਦੀ ਸਹਾਇਤਾ ਕਰਦੇ ਜੋ। ਹਾਂਜੀ ਜੀ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਬਿਲਕੁਲ ਬੜੀ ਵੱਡੀ ਗੱਲ ਹੈ ਸੰਗਤ ਜੀ, ਕਿਉਂਕਿ ਪਿਛਲੇ 10 ਮਹੀਨੇ ਇਸੇ ਹੀ ਮੂਵਮੈਂਟ ਦੇ ਵਿੱਚ ਰਹਿ ਕੇ ਕੰਮਕਾਰ ਭੈਣ ਜੀ ਹੁਣੀ ਜਿਹੜੇ ਕਰਦੇ ਰਹੇ ਨੇ, ਭਾਜੀ ਉਹਨਾਂ ਨੂੰ ਵੀ ਘਰੇ ਤੋਰਨਾ। ਸੋ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹਨਾਂ ਦਾ ਬੱਚਾ ਵੀ ਜਿਹੜਾ ਵਾ ਉਹ ਵੀ ਬਹੁਤ ਇਹਨਾਂ ਦਾ ਸਾਥ ਦਿੰਦਾ, ਉਹ ਕੰਮ ਧੰਦਾ ਭਾਵੇਂ ਹਾਲੇ ਛੋਟਾ ਹੈ ਪਰ ਜੋ ਵੀ ਕਹਿੰਦੇ ਨੇ ਉਹ ਇਹਨਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਜਾਂ ਜਿਵੇਂ ਵੀ ਭੈਣ ਜੀ ਹੁਣੀ ਆਪਣੇ ਬੱਚੇ ਨੂੰ ਕਹਿੰਦੇ ਨੇ, ਇਹਨਾਂ ਦਾ ਜਿੰਨਾ ਹੋ ਸਕਦਾ ਹੈ ਉਹਨਾਂ ਸਾਥ ਜਿਹੜਾ ਵਾ ਉਹ ਦਿੰਦੇ ਨੇ। ਸੋ ਸੰਗਤ ਜੀ, ਕਿਤੇ ਨਾ ਕਿਤੇ ਜਦੋਂ ਕਿਤੇ ਭੈਣ ਜੀ ਹੁਣੀ ਦੁਖੀ ਹਿਰਦੇ ਦੇ ਨਾਲ ਘਰੇ ਹੋਣਗੇ, ਰੱਬ ਅੱਗੇ ਬੇਨਤੀ ਜੋਦੜੀ ਜ਼ਰੂਰ ਕਰਦੇ ਨੇ, ਕਿਉਂਕਿ ਜਦੋਂ ਹੋਰ ਕੋਈ ਵਸੀਲਾ ਨਾ ਦਿਖੇ ਤੇ ਉਦੋਂ ਫਿਰ ਪਰਮਾਤਮਾ ਹੀ ਰਹਿ ਜਾਂਦਾ ਹੈ ਜਿਹਦੇ ਤੇ ਮਨੁੱਖ ਜਿਹੜਾ ਵਾ ਉਹ ਦੋਰਾ ਸੁੱਟਦਾ ਸੀ। ਅੰਮ੍ਰਿਤ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ, ਕਿ ਸੇਵਕ ਦੀ ਅਰਦਾਸ ਤੇ ਹਮੇਸ਼ਾ ਹੀ ਆਪਣੇ ਪਿਆਰੇ ਰੱਬ ਅੱਗੇ ਹੁੰਦੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਕਿਸੇ ਰੂਪ ਦੇ ਵਿੱਚ ਆਣ ਕੇ ਤੇ ਮੇਰਾ ਪਾਰ ਉਤਾਰਾ ਕਰੋ। ਜੇ ਗੁਰੂ ਸਾਹਿਬ ਜੀ ਦੀ ਰਹਿਮਤ ਨੂੰ ਲੈ ਕੇ ਇਹਨਾਂ ਲੋੜਵੰਦ ਪਰਿਵਾਰਾਂ ਲਈ ਜਿਹੜਾ ਵਾ ਮਿਹਰ ਦਾ ਰੂਪ ਲੈ ਕੇ ਤੇ ਇਹਨਾਂ ਦੇ ਜੀਵਨ ਦੇ ਉੱਪਰ ਵਰਸ ਰਹਿ ਜੋ ਸੰਗਤ ਜੀ, ਕਿਉਂਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਅਸੀਂ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਸੰਗਤ ਜੀ ਉਹ ਚਲਾ ਰਹੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ। ਸੰਗਤ ਜੀ ਇਹਨਾਂ ਦਾ ਵੀ ਜ਼ਰੂਰ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਅਸੀਂ ਜਲਦੀ ਤੋਂ ਜਲਦੀ ਇਹਨਾਂ ਦਾ ਆਪਰੇਟ ਕਰਵਾ ਕੇ ਤੇ ਇਹਨਾਂ ਨੂੰ ਠੀਕ ਠਾਕ ਕਰਕੇ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਸੰਗਤ ਜੀ ਉਹ ਭੇਜ ਸਕੀਏ। ਜਿਵੇਂ ਅੱਜ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੀ ਲੱਤ ਦੀ ਉਹ ਤਾਂ ਚੜ੍ਹੇਗੀ ਹੈ, ਇਹਦਾ ਕੀ ਕਾਰਨ ਹੋਇਆ? ਸਾਰੇ ਮੈਂ ਵੀ ਜੀ ਮੈਂ ਆਪਣਾ ਕੰਮ ਖੁਦ ਕਰਦੀ ਰਹੀ ਹਾਂ, ਸੜੱਪੇ ਮਾਰ ਮਾਰ ਕੇ, ਇਸ ਤਰ੍ਹਾਂ ਆ ਵੀ ਜਿੰਨਾ ਘਰ ਦਾ ਕੰਮ ਹੁੰਦਾ ਸਾਰਾ ਮੈਂ ਕਰਦੀ ਰਹੀ। ਆਪਣੇ ਹਸਬੈਂਡ ਨੂੰ ਵੀ ਕੰਮ 'ਤੇ ਘੱਲਦੀ ਰਹੀ, ਬੱਚੇ ਨੂੰ ਵੀ ਸਾਂਭਦੀ ਰਹੀ, ਜੋ ਵੀ ਘਰ ਦਾ ਕੰਮ ਹੈ ਵਾਕਰ ਦੇ ਨਾਲ ਤੁਰ ਤੁਰ ਕੇ ਰਿੜ ਕੇ ਆਪਣੀ ਇੱਕ ਲੱਤ ਦੇ ਨਾਲ ਤੇ ਫਿਰ ਕਰਦੀ ਰਹੀ ਹਾਂ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਾ ਵੀ ਮੈਂ ਛੜੱਪੇ ਮਾਰ ਮਾਰ ਕੇ ਤਾਂ ਠਾਂ ਹੋਣਾ ਕਰਨਾ ਕੰਮ ਕਰਨਾ,
ਤੇ ਉਹਦੇ ਨਾਲ ਮੇਰੀ ਥੋੜੀ ਲੱਤ ਦੀ ਹਾਲਤ ਜਿਹੜੀ ਜ਼ਿਆਦਾ ਵਿਗੜ ਗਈ ਆ। ਤੇ ਇੱਕ ਵਾਰੀ ਆਪਾਂ ਲੈ ਕੇ ਵੀ ਗਏ ਸੀ ਤੇ ਉੱਥੇ ਉਹਨਾਂ ਕਿਹਾ ਸੀ ਵੀ ਨਹੀਂ ਹੋ ਸਕਦਾ ਆਪਰੇਟ ਇਹਦਾ, ਇਹਨੂੰ ਖਿੱਚ ਲੱਗਣੀ ਲੱਤ ਨੂੰ। ਤੇ ਅਸੀਂ ਡਰਦਿਆਂ ਨੇ ਖਿੱਚ ਨਹੀਂ ਲਵਾਈ। ਅਸੀਂ ਕਿਹਾ ਪਤਾ ਨਹੀਂ ਕੀ ਸਾਡੇ ਨਾਲ ਹੋਣਾ ਤੇ ਕੀ ਨਹੀਂ ਹੋਣਾ, ਇਸ ਕਰਕੇ ਫਿਰ ਅਸੀਂ ਖਿੱਚ ਨਹੀਂ ਲਵਾਈ। ਸਾਨੂੰ ਵੀ ਸਾਰੇ ਆਖਣ ਲੱਗੇ ਵੀ ਖਿੱਚ ਨਾ ਲਵਾਇਓ, ਉਹਦਾ ਪਤਾ ਨਹੀਂ ਹੁੰਦਾ ਕੀ ਵੀ ਕੈਂਸਰ ਹੋਣ ਦਾ ਵੀ ਡਰ ਹੁੰਦਾ ਹੈ। ਤੇ ਇਸ ਕਰਕੇ ਮੈਂ ਫਿਰ ਡਰ ਕੇ ਖਿੱਚ ਨਹੀਂ ਲਵਾਈ ਵੀ ਜਿਹੜਾ ਮੈਂ ਆਪਣਾ ਮਾੜਾ ਚੰਗਾ ਕਰਦੀ ਕੰਮ, ਮੈਂ ਇਹਦੇ ਤੋਂ ਵੀ ਜਾਣਾ ਹੈ। ਤੇ ਜੇ ਗੱਲ ਆਪਾਂ ਵੀਰ ਜੀ ਕਰੀਏ ਵੀ ਕੋਈ ਆਪਣਾ ਸਾਗ ਸੰਬੰਧੀ ਕੰਮ ਸਾਥ ਦਿੰਦਾ, ਉਹ ਤੇ ਬਿਲਕੁਲ ਗੱਲ ਝੂਠੀ ਹੈ। ਘਰ ਦੇ ਵੀ ਉਸ ਔਖੇ ਟਾਈਮ 'ਤੇ ਸਾਥ ਛੱਡ ਜਾਂਦੇ ਆ। ਇਸ ਕਰਕੇ ਆਪਾਂ ਪਰਮਾਤਮਾ ਦਾ ਹੀ ਮੈਂ ਤਾਂ ਸ਼ੁਕਰਗੁਜ਼ਾਰ ਕਰਦੀ ਹਾਂ। ਦੋ ਵੇਲੇ ਇਹੀ ਹੱਥ ਉਹਦੇ ਗਾੜੀ ਜੁੜਦੀ ਵੀ ਪਰਮਾਤਮਾ ਤੂੰ ਹੀ ਹੈ, ਜੇ ਗਰੀਬ ਦਾ ਕੋਈ ਹੈਗਾ ਤੇ ਤੂੰ ਨਹੀਂ, ਕੋਈ ਨਹੀਂ ਕਿਸੇ ਦਾ ਕੋਈ ਵੀ ਹੈਗਾ ਵੀਰ ਜੀ। ਇੰਨੀ ਮਹਿੰਗਾਈ ਵਿੱਚ ਸਾਰੇ ਮੂੰਹ ਫੇਰ ਗਏ ਸਾਰੇ ਭੈਣ ਭਰਾ। ਸੋ ਆਪ ਸਭ ਸੰਗਤਾਂ ਉਸੇ ਹੀ ਸੇਵਾ ਨੂੰ ਮੁੱਖ ਰੱਖਦੇ ਹੋਏ ਸੰਗਤ ਜੀ ਇਹਨਾਂ ਪਰਿਵਾਰਾਂ ਦੇ ਨਾਲ ਮੋਢਾ ਜੋੜ ਕੇ ਖੜੇ ਜੋ। ਤੇ ਸੰਗਤ ਜੀ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਸੇਵਾਵਾਂ ਨਿਰੰਤਰ ਚੱਲਦੀਆਂ ਰਹਿਣ, ਤਾਂ ਜੋ ਇਹੋ ਜਿਹੇ ਹੋਰ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਕਿਉਂਕਿ ਆਸਰਾ ਤਾਂ ਸਿਰਫ ਗੁਰੂ ਦਾ ਹੀ ਹੋ ਸਕਦਾ ਹੈ। ਅਸੀਂ ਹਰ ਰੋਜ਼ ਹੀ ਅਰਦਾਸ ਦੇ ਵਿੱਚ ਵੀ ਇਹ ਬਚਨ ਪੜ੍ਹਦੇ ਹਨ, ਥਾਵਿਆਂ ਦੇ ਥਾਂ ਨੇ ਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਸੋ ਆਪ ਸਭ ਸੰਗਤਾਂ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਸੰਗਤ ਜੀ ਆਸਰਾ ਜੋ। ਤੇ ਅਸੀਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਇਹ ਆਸਰਾ ਹਮੇਸ਼ਾ ਸੰਗਤ ਜੀ ਐਵੇਂ ਹੀ ਰਵੇ, ਤਾਂ ਜੋ ਅਸੀਂ ਹੋਰ ਇਹ ਸੇਵਾਵਾਂ ਨੂੰ ਅੱਗੇ ਤੋਰ ਸਕੀਏ ਤੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ। ਪਰ ਇਹ ਸੇਵਾਵਾਂ ਤਾਂ ਹੀ ਨਿਰੰਤਰ ਜੀ ਚੱਲਦੀਆਂ ਰਹਿਣਗੀਆਂ ਜੇ ਆਪ ਸਭ ਸੰਗਤਾਂ ਐਵੇਂ ਹੀ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਸਹਿਯੋਗ ਕਰਦੇ ਰਹੋਗੇ। ਸੋ ਸੰਗਤ ਜੀ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।